ਕਾਰਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਨਿਤਾ ਪ੍ਰਤੀ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਵਿਖੇ ਪਹੁੰਚ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹਾਂ। ਸ਼ੁਕਰ ਹੈ ਪਰਮਾਤਮਾ ਤੇਰਾ ਕਿ ਤੂੰ ਇਹ ਜਿਹੜੀ ਜ਼ਿੰਦਗੀ ਬਖਸ਼ੀ ਹੈ, ਮਨੁੱਖਾ ਦੇਹੀ ਦੀ ਬਖਸ਼ਿਸ਼ ਹੋਈ ਹੈ। ਮਨੁੱਖਾ ਦੇਹੀ ਨੂੰ ਜਿੰਨਾ ਕੁਝ ਵੀ ਸਮਾਜ ਦੇ ਵਿੱਚ ਚਾਹੀਦਾ ਹੈ, ਇਹ ਸਭ ਕੁਝ ਪਰਮਾਤਮਾ ਤੁਸੀਂ ਆਪ ਜੀਆਂ ਨੇ ਤਿਆਰ ਕਰਕੇ ਰੱਖਿਆ ਹੋਇਆ ਹੈ। ਦੁਨੀਆ ਦੇ ਵਿੱਚ ਅਣਗਿਣਤ ਇੱਕ ਡੰਗ ਦਾ ਭੋਜਨ ਤਿਆਰ ਹੁੰਦਾ ਹੈ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਮਨੁੱਖੀ ਦੁਨੀਆ ਹੀ ਖਾਂਦੀ ਹੈ। ਫਿਰ ਪਸ਼ੂਆਂ ਦੀ ਖੁਰਾਕ ਹੈ, ਪੰਛੀਆਂ ਦੀ ਖੁਰਾਕ ਹੈ, ਬਨਸਪਤੀ ਦੀ ਖੁਰਾਕ ਹੈ। ਜੇ ਸਾਰੀ ਖੁਰਾਕ ਦੀ, ਸਾਰੇ ਜੀਵਾਂ ਦੀ ਖੁਰਾਕ ਦੀ ਗਿਣਤੀ ਲਾਈ ਜਾਵੇ ਤੇ ਕੋਈ ਅੰਤ ਨਹੀਂ ਹੈ। ਇਹ ਇਤਨਾ ਵੱਡਾ ਭੰਡਾਰ, ਇਤਨਾ ਜੀਵਾਂ ਵਾਸਤੇ ਭੋਜਨ ਕੌਣ ਪੈਦਾ ਕਰ ਰਿਹਾ ਹੈ? ਇਹਦੀ ਪੈਦਾਇਸ਼ ਕਰਨ ਵਾਲਾ ਪਾਲਣਹਾਰ ਅਕਾਲ ਪੁਰਖ ਹੈ। ਅਕਾਲ ਪੁਰਖ ਨੇ ਜਿਸ ਨੂੰ ਪੈਦਾਇਸ਼ ਕੀਤਾ ਹੈ, ਉਸ ਦੀ ਪਾਲਣ ਪੋਸ਼ਣਾ ਵੀ ਪਰਮਾਤਮਾ ਆਪ ਕਰ ਰਹੇ ਨੇ। ਪੈਦਾਇਸ਼ ਸਮਾਜ ਦੇ ਵਿੱਚ ਭੇਜਣ ਵਾਲਾ ਪਰਮਾਤਮਾ ਹੈ, ਸਮਾਜ ਦੇ ਵਿੱਚ ਪਾਲਣ ਪੋਸ਼ਣਾ ਪਰਮਾਤਮਾ ਕਰ ਰਿਹਾ ਹੈ। ਤੇ ਕਿਉਂ ਨਾ ਮਨੁੱਖਾ ਜ਼ਿੰਦਗੀ 24 ਘੰਟਿਆਂ ਦੇ ਵਿੱਚੋਂ 2 ਸਮੇਂ ਕੱਢ ਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਿਆ ਕਰੇ। ਪਰ ਐਸਾ ਮਨੁੱਖ ਕਦੀ ਨਹੀਂ ਕਰਦਾ। ਜਿੰਨਾ ਕੁ ਕੁਛ ਇਹ ਕਰ ਰਿਹਾ ਹੈ, ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕੇਵਲ ਤੇ ਕੇਵਲ ਇਹ ਬੱਧਾ ਚੱਟੀ ਭਰ ਰਿਹਾ ਹੈ। ਸ਼ੁਕਰਾਨਾ ਤੇ ਪਰਮਾਤਮਾ ਦਾ ਉਹ ਹੈ ਕਿ ਪਰਮਾਤਮਾ ਦੇ ਦਿੱਤੇ ਹੋਏ ਜੋ ਕੁਛ ਪਰਮਾਤਮਾ ਨੇ ਦਿੱਤਾ ਹੈ, ਉਸੇ ਤੇ ਸ਼ੁਕਰਾਨਾ ਕਰੀ ਜਾਣਾ। ਔਰੰਗਜ਼ੇਬ ਨੇ ਇੱਕ ਸਾਧੂ ਨੂੰ ਜੇਲ੍ਹ ਦੇ ਵਿੱਚ ਪਾਇਆ। ਦੁਨੀਆ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ ਕਿ ਸਬਰ ਕਿਹਨੂੰ ਕਹਿੰਦੇ ਨੇ, ਸ਼ੁਕਰ ਕਿਸ ਨੂੰ ਕਹਿੰਦੇ ਨੇ। ਇਹ ਸਵਾਲ ਦਾ ਜਵਾਬ ਕਿਸੇ ਤੋਂ ਨਹੀਂ ਮਿਲਿਆ। ਅਕਸਰ ਜਿਹੜਾ ਉਹ ਔਰੰਗਜ਼ੇਬ ਨੇ ਜੇਲ੍ਹ ਖਾਨੇ ਦੇ ਵਿੱਚ ਸੁੱਟਿਆ ਸੀ, ਉਸੇ ਤੋਂ ਇਹ ਸਵਾਲ ਦਾ ਜਵਾਬ ਪੁੱਛਣ ਬਾਰੇ ਯਤਨ ਕੀਤੇ ਗਏ ਕਿ ਸਬਰ ਅਤੇ ਸ਼ੁਕਰ।
ਉਹਨੂੰ ਕਹਿਣ ਲੱਗੇ ਤੂੰ ਸਬਰ ਤੇ ਸ਼ੁਕਰ ਦੇ ਅਰਥ ਦੱਸ ਦੇ। ਸਬਰ ਕਿਹਨੂੰ ਕਹਿੰਦੇ ਨੇ, ਸ਼ੁਕਰ ਕਿਸ ਨੂੰ ਕਹਿੰਦੇ ਨੇ? ਉਹ ਫਕੀਰ ਕਹਿਣ ਲੱਗਿਆ, ਔਰੰਗਜ਼ੇਬ, ਖੁਦਾ ਅੱਲਾਹ ਤਾਲਾ ਭਾਵੇਂ ਮੈਂ ਜੇਲ੍ਹ ਦੇ ਵਿੱਚ ਹਾਂ, ਪਰ ਫਿਰ ਵੀ ਮੇਰਾ ਖੁਦਾ ਅੱਲਾਹ ਤਾਲਾ 24 ਘੰਟਿਆਂ ਤੋਂ ਬਾਅਦ ਮੇਰੇ ਵਾਸਤੇ ਖੰਨੀ ਰੋਟੀ ਅਤੇ ਪਾਣੀ ਦੇ ਵਿੱਚ ਪਾਇਆ ਹੋਇਆ ਨੂਣ, ਉਸ ਦਾ ਇੱਕ ਪਿਆਲਾ ਮੇਰੇ ਵਾਸਤੇ ਭੇਜ ਰਿਹਾ ਹੈ। ਮੈਂ ਸ਼ੁਕਰਗੁਜ਼ਾਰ ਹਾਂ। ਇਸੇ ਨੂੰ ਸ਼ੁਕਰ ਕਹਿੰਦੇ ਨੇ ਕਿ ਸ਼ੁਕਰ ਹੈ ਪਰਮਾਤਮਾ ਤੇਰਾ ਕਿ ਤੂੰ ਇਹ ਦਿੱਤਾ ਹੈ। 24 ਘੰਟਿਆਂ ਤੋਂ ਖੰਨੀ ਰੋਟੀ ਭਾਵ ਅੱਧਾ ਪ੍ਰਸ਼ਾਦਾ ਅਤੇ ਇੱਕ ਪਾਣੀ ਦਾ ਗੜਵਾ ਜਿਹਦੇ ਵਿੱਚ ਲੂਣ ਪਾਇਆ ਹੁੰਦਾ ਸੀ। ਔਰੰਗਜ਼ੇਬ ਦੀ ਜੇਲ੍ਹ ਵਿੱਚ ਇਹੀ ਕੁਛ ਉਹਨੂੰ ਮਿਲਦਾ ਸੀ। ਸਬਰ ਕਿਸ ਨੂੰ ਕਹਿੰਦੇ ਨੇ? ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸ਼ਲੋਕ ਉਚਾਰਨ ਕੀਤੇ ਨੇ, ਸਬਰ ਅੰਦਰ ਸਾਵਰੀ ਤਨ ਏਵੈ ਜਾਲੇਨ, ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ। ਸਬਰ ਕਿਸ ਨੂੰ ਕਹਿੰਦੇ ਨੇ? ਚੱਲ ਸ਼ੁਕਰ ਹੈ ਤੇ ਸਬਰ ਦੇ ਕੀ ਅਰਥ ਨੇ? ਔਰੰਗਜ਼ੇਬ, ਪਰਮਾਤਮਾ ਨੇ ਜਿਹੜਾ ਨਾਮਦਾਨ ਬਖਸ਼ਿਆ ਨਾ, ਤੂੰ ਭਾਵੇਂ ਮੈਨੂੰ ਜੇਲ੍ਹ ਦੇ ਵਿੱਚ ਪਾਈ ਬੈਠਾ, ਪਰ ਹਜ਼ਾਰਾਂ ਸ਼ਕਤੀਆਂ ਪਰਮਾਤਮਾ ਦੀਆਂ ਐਸੀਆਂ ਨੇ ਜਿਹੜੀਆਂ ਮੈਨੂੰ ਹੱਥ ਬੰਨ੍ਹ ਬੰਨ੍ਹ ਕੇ ਕਹਿ ਰਹੀਆਂ ਨੇ ਕਿ ਤੂੰ ਇੱਕ ਵਾਰੀ ਫਕੀਰਾ ਹੁਕਮ ਕਰ ਦੇ, ਇਹ ਜੇਲ੍ਹ ਦੇ ਸਾਰੇ ਜਿੰਦਰੇ ਤੇਰੇ ਵਾਸਤੇ ਤੋੜ ਦਿੰਨੇ ਆ। ਪਰ ਮੈਂ ਫਿਰ ਵੀ ਇਤਨੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਵੀ ਮੈਂ ਸਬਰ ਕਰੀ ਬੈਠਾ। ਕੋਈ ਗੱਲ ਨਹੀਂ, ਰਹਿਣਾ ਤੇ ਅਕਸਰ ਧਰਤੀ ਤੇ ਹੈ, ਰਹਿਣਾ ਤੇ ਅਕਸਰ ਧਰਤੀ ਤੇ ਹੈ। ਮਾਨ ਹੰਕਾਰ ਕਿਸ ਗੱਲ ਦਾ? ਦੇਹੀ ਸਾਡੀ ਵੀ ਜਾਊਗੀ, ਦੇਹੀ ਔਰੰਗਜ਼ੇਬ ਤੇਰੀ ਵੀ ਜਾਊਗੀ। ਜਦ ਤੂੰ ਸੰਸਾਰ ਦੇ ਵਿੱਚੋਂ ਜਾਵੇਂਗਾ ਤੈਨੂੰ ਲਾਹਣਤਾਂ ਪੈਣਗੀਆਂ, ਸਾਡੀਆਂ ਦੁਨੀਆਂ ਵਿੱਚ ਸਿਫਤਾਂ ਹੋਣਗੀਆਂ। ਸਬਰ ਇਸੇ ਨੂੰ ਕਹਿੰਦੇ ਨੇ। ਹੋਵੇ ਬਹੁਤ ਕੁਛ ਫਿਰ ਵੀ ਮਨੁੱਖ ਜਿਹੜਾ ਹੈ ਉਹ ਜਤਾਵੇ ਕੁਛ ਵੀ ਨਾ। ਹੋਵੇ ਬਹੁਤ ਕੁਛ। ਅੱਜ ਮਨੁੱਖ ਦੇ ਕੋਲ ਹੈ ਕੁਛ ਨਹੀਂ, ਜਤਾਉਂਦਾ ਬਹੁਤ ਕੁਛ ਹੈ ਤੇ ਕੁਛ ਵੀ ਨਹੀਂ, ਕੋਈ ਗੁਣ ਨਹੀਂ ਹੈ। ਇੱਕ ਵੀ ਗੁਣ ਦੇਹੀ ਦੇ ਅੰਦਰ ਨਹੀਂ ਹੈ, ਇੱਕ ਵੀ ਗੁਣ ਨਹੀਂ ਹੈ। ਜਦ ਇੱਕ ਵੀ ਗੁਣ ਨਹੀਂ ਹੈ ਤਾਂ ਗੁਨਾਹਾਂ ਦੇ ਨਾਲ ਇਹ ਜਿਹੜਾ ਜੀਵਨ ਹੈ ਇਹ ਬਿਲਕੁਲ ਭਰਿਆ ਪਿਆ ਹੈ। ਗੁਨਾਹ ਕੋਈ ਮਨੁੱਖ ਆਪਣੇ ਬੋਲ ਕੇ ਨਹੀਂ ਦੱਸਦਾ ਹੁੰਦਾ ਕਿ ਮੈਂ ਐਡਾ ਵੱਡਾ ਗੁਨਾਹਗਾਰ ਹਾਂ। ਚੋਰ ਕਦੇ ਬੋਲ ਕੇ ਨਹੀਂ ਦੱਸਦਾ ਹੁੰਦਾ ਕਿ ਮੈਂ ਬਹੁਤ ਵੱਡਾ ਚੋਰ ਹਾਂ। ਹਾਂ, ਗੁਰਬਾਣੀ ਨੇ ਇੱਕ ਹਵਾਲਾ ਦਿੱਤਾ ਹੈ ਕਿ ਜੇ ਕੋਈ ਪਰਮਾਤਮਾ ਬਾਰੇ ਬਹੁਤਾ ਕੁਛ ਹੀ ਸਮਾਜ ਦੇ ਵਿੱਚ ਢੰਡੋਰਾ ਪਿੱਟਦਾ ਰਹੇ ਕਿ ਮੈਂ ਪਰਮਾਤਮਾ ਬਾਰੇ ਇਹ ਕੁਛ ਜਾਣਦਾ ਹੈ, ਕੁਛ ਜਾਣਦਾ ਹੈ, ਗੁਰਬਾਣੀ ਕਹਿੰਦੀ ਸਾਰੀ ਦੁਨੀਆ ਦੇ ਵਿੱਚੋਂ ਅਣਜਾਣ ਮਨੁੱਖ ਹੈ। ਸੋਈ ਅਜਾਨ ਕਹਿ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਕਹਿ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ। ਸਾਰੀ ਦੁਨੀਆ ਦੇ ਵਿੱਚੋਂ ਇਹ ਅਣਜਾਣ ਬੰਦਾ ਹੈ, ਇਹ ਬਹੁਤਾ ਜਾਣਕਾਰ ਨਹੀਂ ਹੈ। ਮਨੁੱਖ ਦੇ ਕੋਲ ਗੁਣ ਕੋਈ ਨਹੀਂ ਹੈ, ਫਿਰ ਵੀ ਇਹ ਮਨੁੱਖ ਹਵਾਲੇ ਬੜੇ ਵੱਡੇ ਦਿੰਦਾ ਰਹਿੰਦਾ ਹੈ ਸਮਾਜ ਵਿੱਚ। ਪਤਾ ਕਿੱਥੋਂ ਚੱਲਦਾ ਹੈ
कि गुण कोई नहीं आ, अवगणी अवगुण ने। पता मनुख की आदत तो चलता है, आदत सुभाव तो पता चलता है। ते सुभाव आदत इसे तो पता चलता है। गुरु साहिब जी महाराज कहते ने, एक संसारी एक भंडारी एक लाए दी बाण। बाण के अर्थ ने आदत, सुभाव। सुभाव तो ही परखिया जाता है। एक बादशाह ने एक चोर नूं पकड़िया, उन्होंने चोर नूं पकड़ के जेल दे विच पाया। एक पासे एक बादशाह है, एक पासे एक चोर है। बादशाह ने किनू पकड़िया? चोर नूं। सज़ा किनू दिती है? चोर नूं। जेल दे विच पा लिया। जेल दे विच बादशाह भी कोले सी ते दो घोड़ियां नूं देख के चोर कहन लगे बादशाह सलामत, ए जिहड़े तेरे कोल दो घोड़े ने ना, इन्हां चों एक असली है एक नकली है। बादशाह कहन लगे भी तू ते चोर है, तैनू की पता कि इन्हां चों घोड़ा एक असली है ते एक नकली है? वो कहन लग्या बादशाह, मैं इन्हां घोड़ियां दी आदत तो पता कीता है। एक घोड़ा ते बड़ी जरांद नाल खड़ के भोजन पानी जिहड़ा है वो अपना छक रहा है, पर इन्हां विचों एक घोड़ा जिहड़ा है वो कदे पूछ हिलाउंदा है, कदे इधर हो गया कदे उधर हो गया, दूजे दे दरत्ते मारदा, कदे किधर हो जाता है। इंज लगता है कि ये जिहड़ा जरांद नाल खड़ के खा रहा है ये असली है, जिहड़ा दरत्ते मार रहा नकली घोड़ा है। बादशाह कहन लगे ते नहीं हो सकता, कहते जी तो घोड़े लेके आए वो तो पुछ ला। उन्होंने बुला लिया, कहते भी दस ये दोने नस्ल के घोड़े ने? कहन लग्या बादशाह माफ़ करियो, इन्हां विच एक नकली है तो एक असली है। ये देखण च ते दोने इक्को जे ने, फिर असली ते नकली किवें हो गए? शरीर भी इक्को जे ने, खुराक भी इक्को जी खांदे ने, सब कुछ। वो कहन लग्या बादशाह सलामत, जिहड़ा नकली घोड़ा ना, इहदी छोटे हुंदे दी मां मर गई सी ते मैं इहनूं छोटे हुंदे नूं खोती दा दुੱਧ पिला के पालिया ते इह है ते घोड़ा, पर इहदियां हरकतां हुण खोतियां वालियां ने। हरकतां इहदियां खोतियां वालियां ने। सो आप जी किरपा करियो, इन्हां गल्लां नूं थोड़ा जिहा गहरा ले लेना। दूजा दिन चढ़िया, बादशाह कहन लग्या भी ठीक है। दूजा दिन चढ़िया तो एक हीरा जिहड़ा सी, बादशाह ने दो हीरे दिखाए उस चोर नूं। चोर कहन लग्या बादशाह, इन्हां दे विचों एक हीरा जिहड़ा है वो असली है ते एक नकली है। बादशाह कहन लगे तो दोने इक्को जे ने। चोर ने दोने हीरे हाथ विच फड़े ने, कहन लग्या एक नकली है तो एक असली है। बादशाह कहन लग्या फिर दस, कहते जी तो लेके आए हो वो तो पुछो। उन्होंने भी बुला लिया, कहते भाई दस इहदे विचों एक हीरा असली है तो एक नकली है? कहता बादशाह है। एक हीरा तो साडे कोल सी, दूजा हीरा असीं कवाड़ दे विचों कुछ चीज़ां तराश तराश के बना के तुहानूं दे दिता। चोर नूं पुछया, कहते तैनूं किवें पता है भी एक असली है तो एक नकली है? चोर कहन लग्या एक हीरा हत्थ दे विच चुक्कण दे नाल गर्म हो गया
एक ठंडा पिया रहा। तो बादशाह ने इनाम दिता, कहन लगे जिथे बाकी कैदियों नूं एक रोटी मिलती है ना, एक कैदी नूं 3 रोटियां दिया करो, क्योंकि एक जदों घोड़ियां की परख की एक रोटी तो उदों बादशाह ने वधा दी भी इनू दूजे कैदियों नूं एक रोटी दिंदे हो, इन्हें घोड़ियां की परख की है, इनू 2 रोटियां दे दिया करो। एहलकार कहन लगे ठीक है। जदों हीरे की परख कर दी, फिर वो बादशाह कहन लग्या हुण तैनूं इनाम दईए कि तू हीरे की परख की है। चलो अहलकारां नूं कहंदा बाकी कैदियां नूं 1 रोटी, इनू 3 रोटियां दे दिया करो, इनू 3 रोटियां दे दिया करो। जद बादशाह ने गल कही, अग्यों जिहड़ा चोर बैठा सी ना, वो कहन लग्या, कहंदा बादशाह मैनू लगदा तू भी नकली है, तू भी किसी लांगरी दा पोती है, तू बादशाह नहीं है। बोलो सतनाम। तू भी नकली है। जद बादशाह ते अपने ते गल आ गई ना, ते अहलकारां नूं बादशाह कहन लगे इस चोर नूं पकड़ो ते फाहे ला दिओ, खत्म कर दिओ। अहलकार सी सियाणे, वो कहन लगे बादशाह सलामत, इनों फाहे ला के खत्म तो कर देंगे, पर यह है तो चोर, पर इसका दिमागी तौर ते बहुत जिहड़ा इहदा दिमाग है वो तेज काम करता है चोर। एक पासे बादशाह ते दूजे पासे चोर। अहलकार कहन लगे बादशाह ये गल दा तुसी ते नहीं पता करोगे, पर असीं जरूर पता करांगे कि वाकई तुसी लांगरी दे पुत्त हो। बादशाह कहन लग्या ठीक है। बादशाह दी मां दे कोल चले गए। खुदा माफ़ करे माता, एक गल दस कि जिहड़ा बादशाह है ये कौन है? वो बादशाह दी मां कहन लगी किसी दी जान दा कम है, इस करके खुदा मैथों झूठ ना बुलावे, ये पुत बादशाह दा नहीं, ये वाकई लांगरी दा पुत है। वाकई लांगरी दा पुत है। माता वो किवें? पता तो बादशाह नूं भी नहीं सी। ये किवें होया? जद बादशाह ने गल पूछी तो माता कहन लगी पुत्रा जिहड़ा इस राज भाग तख्त ताज ते बैठा सी ना बादशाह, उहदे कोई औलाद है नहीं सी, उहदे कोई औलाद है नहीं सी। ते ओ बादशाह ने एक शर्त रखी सी, कहंदा भी मेरे तंदूर दे नेड़े, पुरातन समय दे विच तंदूरां ते भोजन बनदा सी, मेरे तंदूर दे नेड़े जिहदा रोटियां वाला तंदूर होऊगा उहदा पुत्त मेरी गद्दी ते बैठ सकदा। ते तेरा जिहड़ा बाप सी वो सी, उहदा तंदूर सी नेड़े, बादशाह मर गया ते बादशाह के हुक्म अनुसार तैनूं बांह पकड़ के बादशाह बनाता, होर तूं बादशाह दा पुत्त थोड़ो है। तू बादशाह दा पुत्त नहीं है, तू एक लांगरी दा पुत्त है। बादशाह उस चोर नूं कहन लग्या, कहंदे मैं बड़ा कुछ जिंदगी दे विच देखिया सी, अज पहली बार देखिया है। चोर नूं जाके पुछण लग्या, कहंदा मेरी मां नूं ते पता सी, उहने मैनूं जन्म दिता, वो जदों मैं गद्दी ते बैठा उदों भी कोल सी,
पर चोर नूं कहण लगे तूं दस के तैनूं की पता सी भी लांगरी दा पुੱਤ है। आप जी इस नूं क्योंकि दुनिया दे विच जिहड़े कैदी बंदे हुंदे ने ना गुनाह करन वाले समाज दे विच उन्हां नूं गालबन लानतां पैंदियां रहिंदियां ने, लानतां पैंदियां ने। पर उन्हां दा दिमाग, उन्हां दी कथनी भी बड़ी अथाह हुंदी है। बड़े दिमाग दे नाल कई चोरां नूं पकड़न वास्ते ते पुलिस नूं जिहदे कोल बड़ा साजो समान हुंदा है, बड़ा कुछ हुंदा है चोरां नूं पकड़न वास्ते, पर कई चोर 10-10 साल नहीं पकड़े जांदे। इन्नी चतर चलाकी दे नाल चोरी करदे ने। पुलिस तो भी बहुत तेज दिमाग उन्हां दा चलदा है, किवें चोरी करनी है, किवें सबूत खत्म करने ने। कई ते चोरियां इहो जिहियां भी हैगियां ने जिहड़ियां चोरियां कदे पकड़ियां नहीं गईयां, चोर पकड़े नहीं गए कदे। बड़ा तेज दिमाग। बादशाह चोर नूं कहण लग्या मैनूं मेरी मां नूं ते पता सी, पर तैनूं किवें पता लग्या कि मैं लांगरी दा पुੱਤ हां। कहंदा बादशाह कोई सज़ा ना देवी, मैनूं किसी ने दसिया नहीं है, मैनूं कोई भी तेरा अज तक मिलिया नहीं है कि तेरी मां कौन है, तेरे भैन भरा कौन ने। जिमें मैं घोड़े दी अते हीरे दी परख कर लई है, एवें बादशाह मैं तेरी कर लई है। चोर नूं बादशाह कहण लग्या दसना ते तैनूं पवेगा कि तैनूं की पता लग्या कि मैं लांगरी दा पुੱਤ हां। चोर कहण लग्या बादशाह मैं अपने दिमाग दे नाल तैनूं नकली ते घोड़े दी, नकली ते असली घोड़े दी परख करके दसिया। मैं अपने दिमाग दे नाल तैनूं नकली ते असली हीरे दी परख करके दसिया ते तूं मैनूं इनाम की दिता है? 2 रोटियां। 2 रोटियां ही इनाम दिता है। कहन लगे जे तू बादशाह दा पुੱਤ हुंदा ना ते अद्धी राजधानी तू मेरे नाम कर देनी सी। मैं इन्ना चतर चलाक दिमाग है। अद्धी राजधानी तू मैनू दे दिंदा अपनी, पर तू लांगरी दा पुੱਤ सी, इसे करके 2 रोटियां ही दे सकिया। तेरी ओही आदत जिहड़ी है नकली वाली, वो तेरे अंदरों निकली नहीं है, वो तेरे अंदरों गई नहीं है। आदत तेरा सुभाव हजे उत्थे ही है। तू हजे तक भावें गद्दी ते बैठा है, भावें उच्चा बैठा है, तख्त ताज धन माल घोड़े जमीन राजधानी बड़ा कुछ तेरे कोल है, पर तेरे कोल जिहड़ी अंदर दी लांगरी वाली है वो वस्तु हजे तक तेरे कोलों गई नहीं है। तू सिर्फ कलियां रोटियां दे सकदा किसी नूं, राज भाग तख्त ताज देना तेरे वस दा रोग नहीं। तो तेरी बोलण तो, तेरी आदत तो, तेरे सुभाव तो, तेरे कम तो परखिया गया है कि तू लांगरी दा पुੱਤ है। मैनू किसी ने दसिया नहीं है। मनुख की पहचान ही उहदे बोलां तो हुंदी है जद बोलदा है। गुरबाणी ते ऐलानियां वार-वार कहंदी है कि ये दुकान का जदों जिंदरा खुलदा है ना, फिर ही पता लगता है कि हीरे मोतियां की दुकान है जां कोलियां की दुकान है। बंदे दे बोले तो पता लगता है कि अंदरों एक किन्ना क ठग है, बेईमान है, साधु है जां महात्मा है। आदत तो, आदत सुभाव तो गुरु घर दे विच, परमात्मा दे घर दे विच जात जन्म तो नहीं परखी जाती, जात कर्मां तो परखी जाती है। जिहो जे कर्म करता है। बादशाह ने ते पकड़िया सी चोर कि मैं बादशाह ते तू चोर। चोर कहन लग्या बादशाह हुण दस कि अपने दोनों दे विचों चोर कौन है ते बादशाह। बादशाह ने फिर हथ जोड़ने पै गए, कहंदा वाकई मैनू नहीं इन्हां गल्लां दा ज्ञान सी।
ਤੇ ਮਨੁੱਖ ਦੀ ਆਦਤ ਹੈ, ਸੁਭਾਅ ਹੈ, ਇਹਨੂੰ ਤੁਸੀਂ ਕੇਵਲ ਕੱਲੇ ਕਿਸੇ ਸਾਖੀ ਪ੍ਰਮਾਣ ਦੇ ਵਿੱਚ ਨਾ ਲੈ ਲੈਣਾ ਕਿ ਅਸੀਂ ਬਾਦਸ਼ਾਹ ਤੇ ਚੋਰ ਦਾ ਕੋਈ ਪ੍ਰਮਾਣ ਸੁਣਿਆ ਸੀ, ਐਸੇ ਤਰ੍ਹਾਂ ਨਾ ਲੈ ਲੈਣਾ। ਸੰਧਿਆ ਦੇ ਟਾਈਮ ਤੱਕ ਵਾਰੀ ਵਾਰੀ ਆਪਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਰਿਪੀਟ ਕਰਦੇ ਰਹਿਣਾ, ਵਾਰੀ ਵਾਰੀ। ਸੰਧਿਆ ਦੇ ਟਾਈਮ ਤੱਕ ਜਦੋਂ ਵਾਰੀ ਵਾਰੀ ਰਿਪੀਟ ਕਰਾਂਗੇ ਨਾ, ਫਿਰ ਪਤਾ ਲੱਗੂਗਾ ਕਿ ਗੱਲ ਉੱਠੀ ਕਿੱਥੋਂ ਸੀ ਤੇ ਰੁਕੀ ਕਿੱਥੇ ਜਾ ਕੇ ਹੈ, ਪਤਾ ਫਿਰ ਲੱਗਦਾ ਹੈ। ਇੱਕ ਵਾਰੀ ਸੁਣ ਕੇ ਥੋੜ੍ਹਾ ਅਸੀਂ ਕਹਿ ਦਿੰਦੇ ਹਾਂ ਕਿ ਹਾਂ ਸਾਨੂੰ ਤੇ ਸਾਰਾ ਕੁਝ ਪਤਾ ਲੱਗ ਗਿਆ, ਐਸਾ ਨਹੀਂ ਅਸੀਂ ਕਰ ਸਕਦੇ। ਭਾਵੇਂ ਦੁਨੀਆ ਦੇ ਵਿੱਚ ਚੋਰਾਂ ਨੂੰ ਕੋਈ ਥਾਂ ਨਹੀਂ ਹੈ, ਕੋਈ ਥਾਂ ਨਹੀਂ ਹੈ, ਇੱਕ ਥਾਂ ਹੈ। ਜਪਜੀ ਸਾਹਿਬ ਪੜ੍ਹਦੇ ਸੁਣਦੇ ਆ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਪ ਜੀ ਜਪਜੀ ਸਾਹਿਬ ਦੀ ਪੌੜੀਆਂ ਸੁਣਦੇ ਹੋ, ਇਹਦੇ ਵਿੱਚ 4 ਪੌੜੀਆਂ ਨੇ। ਇਹਨਾਂ 4 ਪੌੜੀਆਂ ਦੇ ਵਿੱਚ ਆਉਂਦਾ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਪਰ ਇੱਕ ਪੌੜੀ ਹੈ, ਇੱਕ ਪੌੜੀ ਹੈ ਜਿਹਦੇ ਵਿੱਚ ਆਉਂਦਾ ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਇੱਕ ਪੌੜੀ ਦੇ ਵਿੱਚ ਆਉਂਦਾ। ਤਾਂ ਉਹ ਪੌੜੀ ਕਿਹੜੀ ਹੈ? ਉਹ ਪੌੜੀ ਹੈ ਅਸੰਖ ਚੋਰ ਹਰਾਮਖੋਰ। ਸ਼ੁਰੂ ਕਿੱਥੋਂ ਹੁੰਦੀ ਹੈ? ਚੋਰ ਤੋਂ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸਮਝਾਉਣ ਦਾ ਬੜਾ ਤਰੀਕਾ ਵਧੀਆ ਸੀ ਦੁਨੀਆ ਨੂੰ। ਕਹਿੰਦੇ ਅਸੰਖ ਕਰੋੜਾਂ ਹੀ ਐਸੇ ਸਮਾਜ ਦੇ ਵਿੱਚ ਚੋਰ ਨੇ, ਕਰੋੜਾਂ ਹੀ, ਅਸੰਖ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਹਰਾਮਖੋਰ ਨੇ। ਇਹ ਪੌੜੀ ਦੀ ਲੰਬੀ ਚੌੜੀ ਵਿਆਖਿਆ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਨਹੀਂ ਕਰ ਸਕਦੇ, ਮੈਂ ਸੰਖੇਪ ਦੇ ਵਿੱਚ ਬੋਲ ਦਿੰਦਾ। ਅਸੰਖ ਭਾਵ ਜਿਹਦੀ ਕੋਈ ਗਿਣਤੀ ਨਹੀਂ ਹੈ, ਉਹਨੂੰ ਅਸੰਖ ਕਹਿੰਦੇ ਨੇ। ਇੰਨੇ ਨੇ, ਚੋਰ ਨੇ, ਹਰਾਮਖੋਰ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲਾਸਟ 'ਚ ਜਾ ਕੇ ਕਹਿੰਦੇ ਨਾ, ਐ ਖੁਦਾ ਅੱਲਾਹ ਤਾਲਾ ਅਕਾਲ ਪੁਰਖ, ਇਹ ਜਿਹੜੇ ਅਸੰਖ ਇੰਨੇ ਚੋਰ ਨੇ, ਹਰਾਮਖੋਰ ਨੇ, ਇਹਨਾਂ ਦੀ ਲਾਈਨ ਦੇ ਵਿੱਚ ਸਭ ਤੋਂ ਅੱਗੇ ਕੌਣ ਖੜਾ ਹੈ? ਬਾਬਾ ਨਾਨਕ ਖੜਾ ਹੈ। ਸਮਝਾਉਣ ਦਾ ਤਰੀਕਾ ਗੁਰੂ ਨਾਨਕ ਮਹਾਰਾਜ ਦਾ ਹੈਰਾਨਗੀ ਦੀ ਗੱਲ ਹੈ। ਇੱਕ ਬੰਦਾ ਸਮਾਜ ਦੇ ਵਿੱਚ ਕੋਈ ਚੋਰੀ ਕਰ ਲੇ ਤੇ ਕੋਈ ਬੰਦਾ ਜਾ ਕੇ ਕਵੇ ਕਿ ਇਹ ਤੇ ਛੋਟਾ ਚੋਰ ਹੈ, ਮੈਂ ਉਹਦੇ ਮੂਹਰੇ ਲੱਗਦਾ ਮੈਂ ਉਹ ਤੋਂ ਵੱਡਾ ਚੋਰ ਹਾਂ, ਐਸਾ ਕਦੇ ਹੋ ਜੂ ਸਮਾਜ ਵਿੱਚ? ਨਹੀਂ ਹੁੰਦਾ। ਐਸਾ ਗੁਰੂ ਨਾਨਕ ਦਾ ਸਮਝਾਉਣ ਦਾ ਇੱਕ ਤਰੀਕਾ, ਨਾਨਕ ਨੀਚ ਕਹੈ ਵਿਚਾਰ, ਐ ਅਕਾਲ ਪੁਰਖ ਮੈਂ ਇਹਨਾਂ ਸਾਰੇ ਹਰਾਮਖੋਰ ਚੋਰਾਂ ਦੀ ਲਾਈਨ ਦੇ ਵਿੱਚ ਸਭ ਤੋਂ ਮੂਹਰੇ ਖੜਾ। ਕਮਾਲ ਦੀ ਗੱਲ ਹੈ, ਕਿਉਂਕਿ ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਗੁਣ ਪਾਏ ਜਾਂਦੇ ਨੇ। ਦੁਨੀਆ ਇੱਕ ਨਜ਼ਰ ਬਦਲ ਦਿੰਦੀ ਹੈ ਚੋਰ ਨੂੰ ਦੇਖ ਕੇ, ਹਰਾਮਖੋਰ ਨੂੰ, ਕਿਸੇ ਕੈਦੀ ਨੂੰ ਦੇਖ ਕੇ। ਦੁਨੀਆ ਅਕਸਰ ਜਿਹਨੂੰ ਪੁਲਿਸ ਪਕੜ ਲੇ, ਜੇਲ੍ਹ ਖਾਨੇ ਵਿੱਚ ਪਾਇਆ ਜਾਵੇ, ਦੁਨੀਆ ਅਕਸਰ ਉਹਨਾਂ ਤੋਂ ਪਾਸਾ ਵੱਟ ਲੈਂਦੀ ਹੈ। ਪਰ ਪਰਮਾਤਮਾ ਦਾ ਨਹੀਂ ਪਤਾ ਕਿ ਪਰਮਾਤਮਾ ਨੇ ਕਿਹੜੀ ਦੇਹੀ ਦੇ ਵਿੱਚ ਕਿੰਨੇ ਗੁਣ ਭਰੇ ਹੋਏ ਨੇ, ਕਿੰਨੇ ਗੁਣ ਭਰੇ ਹੋਏ ਨੇ। ਇੱਕ ਬਾਦਸ਼ਾਹ, ਇੱਕ ਚੋਰ। ਕਹਿਣ ਲੱਗੇ, ਬਾਦਸ਼ਾਹ ਹੁਣ ਦੱਸ ਕਿ ਤੂੰ ਤੇ ਬਾਦਸ਼ਾਹ ਵਾਲਾ ਬਾਣਾ ਪਾ ਕੇ ਉੱਤਾ ਤਖਤ ਤਾਜ ਤੇ ਬੈਠਾ ਹੈ ਤੇ ਤੂੰ ਲਾਂਗਰੀ ਦਾ ਪੁੱਤ, ਤੂੰ ਤੇ ਨਕਲੀ ਹੈ। ਚੋਰ ਨੇ ਪਰਖ ਬਾਦਸ਼ਾਹ ਦੀ ਕਰਤੀ, ਹਾਲਾਂਕਿ ਬਾਦਸ਼ਾਹ ਪਰਖ ਕਿਹਦੀ ਕਰਦੇ ਨੇ? ਚੋਰਾਂ ਦੀ। ਇਹ ਤੇ ਕਰਮ ਉਲਟਾ ਹੋ ਗਿਆ। ਇੱਥੇ ਚੋਰ ਬਾਦਸ਼ਾਹ ਦੀ ਪਰਖ ਕਰ ਰਿਹਾ ਹੈ। ਚੋਰ ਕਹਿਣ ਲੱਗਿਆ, ਬਾਦਸ਼ਾਹ ਇਹ ਉੱਤੋਂ ਤਾਣਾ ਬਾਣਾ ਬਦਲਣ ਦੇ ਨਾਲ
ਬੰਦੇ ਦੇ ਅੰਦਰ ਦਾ ਸੁਭਾਅ, ਅੰਦਰ ਦੇ ਸੰਸਕਾਰ ਨਹੀਂ ਬਦਲਦੇ। ਆਦਤ ਤੋਂ ਹੀ ਬੰਦੇ ਦਾ ਪਤਾ ਲੱਗਦਾ ਹੈ ਕਿ ਬੰਦਾ ਕੀ ਹੈ। ਤੋ ਭਾਵੇਂ ਤੂੰ ਬਾਦਸ਼ਾਹ ਦੀ ਕੁਰਸੀ ਤੇ ਬੈਠ ਗਿਆ, ਪਰ ਅੰਦਰੋਂ ਤੂੰ ਕੇਵਲ ਲਾਂਗਰੀ ਹੈ। ਮਨੁੱਖ ਭਾਵੇਂ ਕਿੱਡਾ ਵੀ ਉੱਚਾ ਕਿਉਂ ਨਾ ਚਲਿਆ ਜਾਵੇ, ਪਰ ਜਿਹੜੇ ਮਨੁੱਖ ਦੀ ਨੀਤ ਖੋਟੀ ਹੈ, ਉਹਦੀ ਨੀਤ ਖੋਟੀ ਹੀ ਰਹੇਗੀ, ਕਿੱਡਾ ਵੀ ਉੱਚਾ ਕਿਉਂ ਨਾ ਚਲਿਆ ਜਾਵੇ। ਦੁਨੀਆ ਦੇ ਵਿੱਚ ਹਰ ਇੱਕ ਦੀ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਮੈਂ ਬਹੁਤ ਉੱਚਾ ਜਾਵਾਂ, ਬਹੁਤ ਉੱਚਾ ਜਾਵਾਂ। ਚਲੇ ਵੀ ਜਾਂਦੇ ਨੇ ਬਹੁਤ ਸਾਰੇ ਮਨੁੱਖ ਦੁਨੀਆਦਾਰੀ ਦੇ ਵਿੱਚ, ਸ੍ਰੇਸ਼ਟ ਬਣ ਜਾਂਦੇ ਨੇ, ਉੱਚੇ ਬਣ ਜਾਂਦੇ ਨੇ, ਕੋਈ ਐਸੀ ਵੱਡੀ ਗੱਲ ਨਹੀਂ ਹੈ। ਉਹਨਾਂ ਨੂੰ ਅਹੁਦੇਦਾਰੀਆਂ ਮਿਲ ਜਾਂਦੀਆਂ ਨੇ, ਸਮਾਜ ਦੇ ਵਿੱਚ ਮਿਲ ਜਾਂਦੀਆਂ ਨੇ, ਰਾਜਨੀਤੀ ਵਿੱਚ ਮਿਲ ਜਾਂਦੀਆਂ ਨੇ, ਧਰਮ ਦੇ ਵਿੱਚ ਅਹੁਦੇਦਾਰੀਆਂ ਮਿਲ ਜਾਂਦੀਆਂ ਨੇ, ਪਰ ਅੰਦਰੋਂ ਬਾਦਸ਼ਾਹ ਨਹੀਂ ਬਣਦੇ। ਅੰਦਰੋਂ ਭਿਖਾਰੀ ਦੇ ਭਿਖਾਰੀ ਰਹਿੰਦੇ ਨੇ, ਅੰਦਰੋਂ ਭਿਖਾਰੀ ਦੇ ਭਿਖਾਰੀ ਰਹਿੰਦੇ ਨੇ। ਆਪ ਜੀ ਨੇ ਕਦੇ ਦੇਖਿਆ ਹੋਣਾ ਸਮਾਜ ਦੇ ਵਿੱਚ, ਜਿਹੜੇ ਬੰਦੇ ਦੀ 1 ਮਹੀਨੇ ਦੀ ਸਰਕਾਰ 2 ਲੱਖ ਰੁਪਈਆ ਤਨਖਾਹ ਦਿੰਦੀ ਹੈ, ਇਹ ਬੰਦਾ ਵੀ ਰਿਸ਼ਵਤ ਕਰਦਾ, ਚੋਰ ਕਰਦਾ ਪਕੜਿਆ ਜਾਂਦਾ ਹੈ। ਬਹੁਤੇ ਪਏ ਨਹੀਂ ਐਸੇ। ਤੋ ਫਿਰ ਅੰਦਰੋਂ ਜਿਹੜੀ ਹੈ ਉਹ ਮਨੁੱਖ ਦੇ ਚੋਰੀ ਖਤਮ ਨਹੀਂ ਹੁੰਦੀ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਇਹ ਪ੍ਰਮਾਣ ਅਸੀਂ ਸੁਣਿਆ ਚੋਰ ਦਾ ਤੇ ਬਾਦਸ਼ਾਹ ਦਾ, ਸੋ ਆਪ ਜੀ ਕਿਰਪਾ ਕਰਿਓ ਕਿ ਸ਼ਾਮ ਦੇ ਸੰਧਿਆ ਦੇ ਟਾਈਮ ਤੱਕ ਨਾ ਇਹਨੂੰ ਵਾਰੀ-ਵਾਰੀ ਦਿਮਾਗ ਦੇ ਵਿੱਚ ਦੁਹਰਾਉਂਦੇ ਰਹੋ। ਫਿਰ ਪਤਾ ਲੱਗੂਗਾ ਕਿ ਅਕਸਰ ਕਿੱਥੋਂ ਸ਼ੁਰੂਆਤ ਹੋਈ ਸੀ ਤੇ ਐਂਡ ਕਿੱਥੇ ਜਾ ਕੇ ਹੋਇਆ ਸੀ। ਫਿਰ ਹੀ ਪਤਾ ਲੱਗਦਾ ਹੈ, ਇੱਕ ਵਾਰੀ ਸੁਣਨ ਦੇ ਨਾਲ ਨਹੀਂ ਕੁਝ ਪਤਾ ਲੱਗਦਾ। ਫਿਰ ਇਸ ਦਾ ਪੂਰਨ ਰੂਪ ਦੇ ਵਿੱਚ ਜਿਹੜਾ ਤੱਤ ਹੈ ਪ੍ਰਮਾਣ ਦਾ, ਉਹ ਸਾਡੀ ਝੋਲੀ ਦੇ ਵਿੱਚ ਪੈ ਜਾਊਗਾ। ਤਾਂ ਮਨੁੱਖ ਦੀ ਪਰਖ ਉਹਦੀ ਆਦਤ ਤੋਂ ਹੈ, ਉਹਦੀ ਸੁਭਾਅ ਤੋਂ ਹੈ। ਬਹੁਤੇ ਮਨੁੱਖ ਆਦਤ ਤੋਂ, ਸੁਭਾਅ ਤੋਂ ਮਜਬੂਰ ਹੁੰਦੇ ਨੇ, ਭਾਵੇਂ ਉਹ ਚੋਰੀਆਂ ਕਰਦੇ ਹੋਣ, ਚੋਰੀਆਂ ਕਰਦੇ ਕਰਦੇ ਭਾਵੇਂ ਬਾਦਸ਼ਾਹ ਬਣ ਜਾਣ, ਫਿਰ ਬਾਦਸ਼ਾਹ ਦੀ ਕੁਰਸੀ ਤੇ ਬਹਿ ਕੇ ਵੀ ਚੋਰੀਆਂ ਹੀ ਕਰਦੇ ਨੇ। ਉੱਥੇ ਬਹਿ ਕੇ ਸੁਭਾਅ ਜੋ ਬਣ ਗਿਆ, ਆਦਤ ਜੋ ਬਣ ਗਈ ਹੈ, ਆਦਤ ਬਣੀ ਹੈ। ਜਿਸ ਦਾ ਸੁਭਾਅ ਬਣ ਗਿਆ, ਆਦਤ ਬਣ ਗਈ, ਦੁਨੀਆ ਤੇ ਕੋਈ ਵੀ ਧਰਮ ਐਸਾ ਨਹੀਂ ਹੈ ਕਿਸੇ ਦੇ ਸੁਭਾਅ ਨੂੰ ਜਾਂ ਆਦਤ ਨੂੰ ਬਦਲ ਦੇਵੇ। ਗੁਰਬਾਣੀ ਤੇ ਮਨੁੱਖ ਦੇ ਸੰਸਕਾਰ ਬਦਲਦੀ ਹੈ, ਗੁਰਬਾਣੀ ਮਨੁੱਖ ਦੇ ਕਰਮ ਬਦਲਦੀ ਹੈ, ਸੁਭਾਅ ਨੂੰ ਗੁਰਬਾਣੀ ਨਹੀਂ ਬਦਲਦੀ। ਤਾਂ ਗੁਰਬਾਣੀ ਤੋਂ ਸ੍ਰੇਸ਼ਟ ਧਰਮ ਕੋਈ ਦੁਨੀਆ ਦੇ ਵਿੱਚ ਹੋਰ ਧਰਮ ਹੈ ਹੀ ਨਹੀਂ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੋਂ ਸ੍ਰੇਸ਼ਟ ਗ੍ਰੰਥ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਇਹ ਬਖਸ਼ਿਸ਼ ਕਰਦੇ ਨੇ ਕਿ ਦੇਖੀ ਕਦੇ ਤੇਰੀ ਆਦਤ ਨਾ ਪੱਕ ਜੇ, ਤੇਰਾ ਸੁਭਾਅ ਨਾ ਬਣ ਜੇ, ਫਿਰ ਇਹ ਬਦਲਿਆ ਨਹੀਂ ਜਾਣਾ। ਮਨੁੱਖ ਖੁਸ਼ ਹੁੰਦਾ ਹੈ ਕਿ ਸਮਾਜ ਦੇ ਵਿੱਚ ਬੜੀਆਂ ਅਹੁਦੇਦਾਰੀਆਂ ਮਿਲ ਰਹੀਆਂ। ਖੈਰ, ਇਸ ਪ੍ਰਮਾਣ ਨੂੰ ਜੇ ਤੁਸੀਂ ਵਾਰੀ-ਵਾਰੀ ਰਿਪੀਟ ਕਰੋਗੇ ਨਾ, ਬਹੁਤ ਕੁਝ ਮਿਲੇਗਾ। ਤੋ ਅੱਜ ਤੇ ਮੈਂ ਸਪੈਸ਼ਲੀ ਬੇਨਤੀ ਕਰੂੰਗਾ ਕਿ ਵਾਰੀ-ਵਾਰੀ ਸ਼ਾਮ ਤੱਕ ਰਿਪੀਟ ਕਰਦੇ ਹੀ ਰਹੋ, ਫਿਰ ਪਤਾ ਲੱਗੇਗਾ ਅਸਲੀਅਤ ਕੀ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਇਹ ਪ੍ਰਮਾਣ ਦੇ ਵਿੱਚ ਹੀ ਆਪਣਾ ਜਿਹੜਾ ਸੀਗਾ ਅੱਜ ਦਾ ਸਮਾਂ ਲੰਘ ਗਿਆ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸੋ ਕੋਸ਼ਿਸ਼ ਹੁੰਦੀ ਹੈ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਦੇ ਨਾਲ ਕਿ ਨਿਤ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲ ਜਿਹੜੀ ਹੈ ਉਹ ਸੰਗਤਾਂ ਦੇ ਚਰਨਾਂ ਵਿੱਚ ਰੱਖੀ ਜਾਵੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਕੋਈ ਤੇਜ਼ ਧਾਰ ਦਿਮਾਗ ਵਾਲੇ ਹਰ ਇੱਕ ਗੱਲ ਨੂੰ, ਕੱਲੀ ਕੱਲੀ ਗੱਲ ਨੂੰ ਨੋਟ ਕਰਕੇ ਰੱਖ ਲੈਂਦੇ ਨੇ, ਵਰਨਾ ਇਹ ਜਿਹੜੀਆਂ ਸਮਾਜ ਦੇ ਵਿੱਚ ਜੋ ਕੁਝ ਸਾਨੂੰ ਮਿਲਦਾ ਹੈ, ਇਹ ਕੋਈ ਬਹੁਤੇ ਲੰਮੇ ਟਾਈਮ ਵਾਸਤੇ ਨਹੀਂ ਮਿਲਦਾ ਹੁੰਦਾ, ਥੋੜ੍ਹੇ ਟਾਈਮ ਵਾਸਤੇ ਮਿਲਦਾ ਹੁੰਦਾ। ਅਤੇ ਜੇ ਕੋਈ ਮਨੁੱਖ ਸਾਂਭ ਲਵੇ ਤੇ ਸਾਂਭ ਲਵੇ, ਵਰਨਾ ਜੇ ਕਿਸੇ ਨੇ ਨਾ ਸਾਂਭਿਆ ਤੇ ਬਾਅਦ ਦੇ ਵਿੱਚ ਫਿਰ ਪਛਤਾਉਣਾ ਵੀ ਉਸ ਨੂੰ ਪੈ ਜਾਂਦਾ ਹੈ ਕਿ ਸ਼ਾਇਦ ਮੈਂ ਸੁਣਦਾ ਨਹੀਂ ਸੀ। ਸੋ ਜਿਹੜੀ ਹੈ ਕੋਈ ਵੀ ਵਸਤੂ ਹੈ ਉਹਦੀ ਸਾਂਭ ਸੰਭਾਲ ਕਰਨੀ ਵਾਰੀ-ਵਾਰੀ ਸਾਡਾ ਫਰਜ਼ ਬਣਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਅੱਜ ਸਮਾਪਤੀ ਦਾ ਸਮਾਂ ਇੱਥੇ ਹੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।